ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਕਿਨੇ ਪੰਜਾਬ ਤੋਂ ਰਾਣਾ ਜੀ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਪੱਤਰਕਾਰਾਂ ਨੂੰ ਧਮਕੀਆਂ ਮਿਲਣੀਆਂ, ਪੱਤਰਕਾਰਾਂ ਨੂੰ ਗਾਲਾਂ ਕੱਢੀਆਂ ਜਾਣੀਆਂ, ਪੱਤਰਕਾਰਾਂ ਦੇ ਉੱਤੇ ਠੱਪੇ ਲੱਗਣੇ, ਇਹ ਤਾਂ ਆਪਾਂ ਸੁਣਿਆ, ਪਰ ਤੁਹਾਨੂੰ ਪ੍ਰੂਫ ਦਿਖਾਈਏ ਤੁਸੀਂ ਕਹੋਗੇ ਹੈ ਸਾਧ ਇਹੋ ਜਿਹੇ ਵੀ ਹੁੰਦੇ ਨੇ। ਮੈਂ ਜ਼ਿਆਦਾ ਲਫ਼ਜ਼ ਨਾ ਵਰਤਾਂ, ਪਰ ਸਾਧਾਂ ਦੇ ਭੇਸ ਦੇ ਵਿੱਚ ਲੁੱਚੇ ਜ਼ਰੂਰ ਹੁੰਦੇ ਨੇ, ਉਹ ਲੁਕੇ ਨਹੀਂ ਰਹਿੰਦੇ, ਕਿਸੇ ਵੇਲੇ ਬਾਹਰ ਆ ਜਾਂਦੇ ਨੇ। ਇਹੋ ਜਿਹੀ ਕੁਝ ਹਰਕਤ ਹੋਈ ਹੈ, ਲੁੱਚਪੁਣਾ ਦਿਖਾਇਆ ਉਸ ਸਾਧ ਨੇ। ਇੱਕ ਤਾਂ ਸਾਡੇ ਰਣਜੀਤ ਰਾਣਾ ਜੀ ਵੀ 440 ਵੋਲਟ ਦੀਆਂ ਤਾਰਾਂ ਫੜੀ ਫਿਰਦੇ ਨੇ। ਹਾਂਜੀ, ਇੱਕ ਸਾਧ ਆਪਣੀ ਪ੍ਰੇਮਕਾ, ਉਹ ਕਹਿੰਦਾ ਮੇਰੀ ਧਰਮ ਪਤਨੀ ਹੈ, ਉਹਦੇ ਨਾਲ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਵਿੱਚ ਜੁੱਤੀ ਪਾ ਕੇ ਪਰਿਕਰਮਾ ਕਰਦਾ ਤੇ ਖੇਡਾਂ ਖੇਡਦਾ। ਹੁਣ ਹੋਵੇ ਗੁਰਦੁਆਰਾ ਸਾਹਿਬ ਦੀ ਹਦੂਤ ਤੇ ਸਰੋਵਰ ਹੋਵੇ ਤੇ ਜੁੱਤੀ ਪਾ ਕੇ ਤੁਰੇ ਫਿਰਦੇ ਨੇ, ਉੱਤੋਂ ਹੋਵੇ ਸਾਧ ਤੇ ਪੱਤਰਕਾਰ ਖਿੱਚ ਕੇ ਫੋਟੋ ਤੇ ਫੈਲਾ ਦੇਵੇ ਖਬਰ, ਤੇ ਸਾਧ ਨੂੰ ਚੜੇ ਗੁੱਸਾ। ਉਹ ਜਿਵੇਂ ਭੰਗਰਨਾਥ ਨਹੀਂ ਸੀਗਾ, ਇਹੋ ਜਿਹੇ ਪੈਸੇ ਭੰਗਰਨਾਥ ਵਰਗੇ ਵੀ ਨਹੀਂ, ਜਿੱਥੇ ਭੰਗਰਨਾਥ ਕਹਿੰਦਾ ਮੈਂ ਤਾਰੇ ਤੋੜ ਲਿਆਉਣਾ, ਮੈਂ ਆਹ ਕਰ ਦਿੰਦਾ, ਮੈਂ ਉਹ ਕਰ ਦਿੰਦਾ। ਗੁਰੂ ਨਾਨਕ ਮਹਾਰਾਜ ਨੇ ਚੱਕ ਕੇ ਨਾ ਪੈਸੇ ਵਾਲਾ ਲੋਟਾ ਉਹਦੇ ਪਿਛਲੇ ਪਾਸੇ ਰੱਖ ਦਿੱਤਾ, ਤੇ ਜਿਹੜਾ ਕਹਿੰਦਾ ਤਾਰੇ ਤੋੜ ਲਿਆਉਣਾ, ਉਹ ਤਾਰੇ ਕੀ ਲੋਟਾ ਨਹੀਂ ਸੀ ਪਤਾ ਪਿਛਲੇ ਪਾਸੇ ਕਿ ਮੇਰਾ ਲੋਟਾ ਪਿੱਛੇ ਪਿਆ। ਇਹੋ ਜਿਹੇ ਸਾਧ ਨੇ। ਹਾਂਜੀ, ਤੋ ਉਹਦੀ ਖਬਰ ਬਾਅਦ ਕਰਦੇ ਆ, ਪਹਿਲਾਂ ਬੀਬੀ ਮਾਨਕੋ ਵਾਲੀ ਗੱਲ ਕਰ ਲਈਏ। ਅੱਛਾ, ਬੀਬੀ ਨੇ ਕਹਿੰਦੇ ਫੇਰ ਚੰਨ ਚਾੜਿਆ, ਕਹਿੰਦੇ ਉਹਦੇ ਸਾਥੀਆਂ ਨੇ ਬੰਦਾ ਕੁੱਟ ਮਾਰਿਆ ਕੋਈ। ਬਿਲਕੁਲ ਬਿਲਕੁਲ ਜੀ, ਬਿਲਕੁਲ। ਅੱਜ ਇੱਕ ਸਾਰੇ ਥੋੜੀ ਮਿਸਟੇਕ ਦੇ ਵਿੱਚ ਹੋ ਗਈ ਸੀ। ਉਹਦੇ ਨਾਲ ਜਿਹੜਾ ਮੇਨ ਬੰਦਾ ਸੀ ਉਹ ਰਿਸ਼ਪਾਲ ਸਿੰਘ ਸੀਗਾ, ਜਿਹੜਾ ਬਸਪਾ ਦਾ ਆਗੂ ਸੀਗਾ। ਮੈਂ ਥੋੜਾ ਸੁਰਿੰਦਰ ਸਿੰਘ ਕਹਿ ਗਿਆ, ਕੋਈ ਬਸਪਾ ਦਾ ਆਗੂ ਸੀ, ਕਿਸਾਨ ਜਥੇਬੰਦੀ ਦਾ ਨਹੀਂ। ਉਹਦੇ ਨਾਲ ਮੈਂ ਰਾਬਤਾ ਕਾਇਮ ਕੀਤਾ ਸੀ, ਤੇ ਉਹ ਇੰਟਰਵਿਊ ਦੇਣ ਤੋਂ ਥੋੜਾ ਪਤਾ ਨਹੀਂ ਕਿਉਂ ਮੈਂ 2-3 ਵਾਰੀ ਆਪ ਕਾਲ ਆਈ, ਤੇ ਬਾਅਦ ਦੇ ਵਿੱਚ ਜਦੋਂ ਆਪਾਂ ਗੱਲਬਾਤ ਕਰਨੀ ਚਾਹੀਦੀ, ਅਸੀਂ ਫ੍ਰੀ ਹੋ ਗਏ, ਆਪਾਂ ਇੰਟਰਵਿਊ ਕਰੀਏ, ਤਾਂ ਉਹ ਥੋੜਾ ਕੰਨੀ ਕਤਰਾ ਗਿਆ ਕਿ ਮੇਰੀਆਂ ਜਥੇਬੰਦੀਆਂ ਮੈਨੂੰ ਕਹਿ ਰਹੀਆਂ ਵੀ ਛੱਡੋ ਪਰੋ, ਰਹਿਣ ਦੋ, ਜੋ ਗੱਲ ਹੋ ਗਈ ਮਿੱਟੀ ਪਾਓ। ਮੈਂ ਕਿਹਾ ਤੁਹਾਡੇ ਖਿਲਾਫ ਕੰਪਲੇਂਟ ਆ। ਕਹਿੰਦਾ ਕੰਪਲੇਂਟ ਅਸੀਂ ਮਿਲ ਲਾਂਗੇ, ਕੋਈ ਨਹੀਂ, ਅਸੀਂ ਕੰਪਲੇਂਟ ਦਾ ਹੱਲ ਕਰ ਲਾਂਗੇ, ਪਰ ਮੈਂ ਕੈਮਰੇ ਅੱਗੇ ਨਹੀਂ ਹੁਣ ਆਉਣਾ। ਅੱਛਾ, ਅੱਗੇ ਨਹੀਂ ਆਉਣਾ ਚਾਹੁੰਦਾ। ਹਾਂ, ਪਰ ਗੱਲ ਇਹ ਸੀ ਵੀ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਜ਼ਰੂਰ ਵਾਇਰਲ ਹੋ ਗਈ, ਜਿਸ ਦੇ ਵਿੱਚ ਉਸਨੂੰ ਹੱਥਾਪਾਈ ਕੀਤੀ ਜਾ ਰਹੀ ਹੈ। ਇਹਨਾਂ ਨੇ ਇਹੀ ਕਿਹਾ ਸੀ ਕਿ ਜਦੋਂ SSP ਦਫ਼ਤਰ ਕੱਟ ਹੁੰਦੇ, ਉਹਨਾਂ ਨੇ ਕਿਹਾ ਵੀ ਤੁਸੀਂ ਚੋਰਨੀ ਦਾ ਸਾਥ ਦੇ ਰਹੇ ਹੋ, ਚੋਰ ਬੰਦੇ ਦਾ ਸਾਥ ਦੇ ਰਹੇ ਹੋ। ਇਸ ਸਟੇਟ ਦੇ ਵਲੰਟੀਅਰ ਸੀ, ਉਹਨਾਂ ਨੂੰ ਭੜਕ ਲੱਗੀ। ਅੱਛਾ, ਇਸ ਸਟੇਟਮੈਂਟ ਤੇ ਉਹਦਾ ਕਟਾਪਾ ਚਾੜਿਆ ਗਿਆ। ਕਿਹਨਾਂ ਨੇ ਚਾੜਿਆ ਕਟਾਪਾ? ਹੈ ਕੋਈ ਬੰਦੇ? ਵਲੰਟੀਅਰ ਸੀ ਆਮ ਆਦਮੀ ਪਾਰਟੀ ਦੇ ਸੀਨੀਅਰ ਵਲੰਟੀਅਰ ਸੀ, ਜਿਹੜੇ ਮੈਡਮ ਦੇ ਨਾਲ ਹਰ ਵਕਤ ਅੱਗੇ ਪਿੱਛੇ ਉਹਨਾਂ ਨੇ ਘੁੰਮਦੇ ਰਹਿੰਦੇ। ਉਹ ਵਲੰਟੀਅਰਾਂ ਨੇ ਉਹਨਾਂ ਵੱਲ ਉਂਗਲ ਉੱਠੀ ਆ ਕਿ ਜਾਂ ਫਿਰ ਜ਼ੋਰਾਵਰਾਂ ਦਾ ਸੱਤੀ ਵੀ 100? ਨਹੀਂ, ਉਂਗਲ ਤਾਂ ਰਿਸ਼ਪਾਲ ਵੱਲ ਹੀ ਉੱਠ ਗਈ ਵੀ ਭਾਈ ਰਿਸ਼ਪਾਲ ਨੇ ਆਪਦੀ ਲੈਂਗੁਏਜ ਗਲਤ ਇਸਤੇਮਾਲ ਕੀਤੀ, ਭਾਵੁਕ ਹੋ ਕੇ ਗੁੱਸੇ ਵਿੱਚ ਆ ਕੇ ਆਪਣੀ ਲੈਂਗੁਏਜ ਨੂੰ ਕੰਟਰੋਲ ਨਹੀਂ ਕਰ ਸਕੇ, ਤੇ ਬਲਕਿ ਉੱਥੇ ਮਾਨਯੋਗ SHO ਸਾਹਿਬ ਨੇ ਵੀ ਉਹਨਾਂ ਨੂੰ ਧੱਕੇ ਧੁੱਕੇ ਮਾਰੇ, ਉਹਨਾਂ ਨੂੰ ਗੱਲ ਤੋਂ ਫੜਿਆ, ਰਿਸ਼ਪਾਲ ਜੀ ਨੂੰ ਗੱਲ ਤੋਂ ਫੜ ਕੇ ਖਿੱਚ ਕੇ ਪਰੇ ਕੀਤਾ। ਧੱਕਾ ਮੁੱਕੀ ਵੀ ਕਾਫੀ ਹੋਈ ਉੱਥੇ ਪੁਲਿਸ ਲਾਈਨ ਦੇ ਵਿੱਚ। ਗੱਲ ਇਹ ਸੀ ਵੀ ਬਾਰ-ਬਾਰ ਇੱਕੋ ਹੀ ਆਪਾਂ ਗੱਲ ਕਰ ਰਹੇ ਹਾਂ ਵੀ ਜੇਕਰ ਆਪਾਂ ਸਾਰਾ ਕੁਛ ਆਪਾਂ ਮਸਲਾ ਹੱਲ ਕਰ ਲਿਆ, ਕੋਠੀ ਦਾ ਮਸਲਾ ਦਬ ਗਿਆ, ਤਾਂ ਫਿਰ ਐਡਾ ਹੰਗਾਮਾ, ਇੰਨੀਆਂ ਦਰਖਾਸਤਾਂ ਦੇਣ ਦੀ ਕੀ ਲੋੜ ਪੈ ਗਈ ਆਪਾਂ ਨੂੰ ਕਿ ਮੇਰੀ ਇੱਜ਼ਤ ਨੂੰ ਤਾਂ ਗੱਲ ਹੈ। ਧੱਬਾ ਲੱਗਾ, ਧੱਬਾ ਤਾਂ ਪੂਰੇ ਪੰਜਾਬ ਛੱਡੋ ਪੂਰੇ ਵਰਲਡ ਚ ਲੱਗ ਗਿਆ ਜੀ। ਪੂਰੇ ਵਰਲਡ ਨੂੰ ਇਸ ਕਹਾਣੀ ਦਾ ਪਤਾ ਲੱਗ ਗਿਆ। ਰਾਣਾ ਜੀ ਗੱਲ ਇਹ ਹੈ ਕਿ ਬੀਬੀ ਤਾਂ ਜਿਹੜੀ ਕੋਠੀ ਵਾਲੀ ਆ, ਚਲੋ ਉਹਨਾਂ ਦਾ ਪਰਿਵਾਰ ਸੁਣਦਾ ਹੋਵੇ, ਸਰਦਾਰ ਪਰਮਜੀਤ ਸਿੰਘ ਮੇਰੇ ਕੋਲ ਨੰਬਰ ਆ, ਰਾਤ ਨੂੰ ਲਿਆਵਾਂਗੇ ਕਿ ਕੋਠੀ ਕੀ ਵਾਕਿਆ ਹੀ ਪ੍ਰੋਪਰ ਉਹਨਾਂ ਦੇ ਨਾਂ ਤੇ ਪੇਪਰ ਹੋ ਗਏ ਨੇ, ਕਿਉਂਕਿ ਉਹ ਮਾਮਲਾ ਬੜਾ ਯਕਦਮ ਤੂਲ ਫੜਿਆ। ਸਭ ਤੋਂ ਪਹਿਲਾਂ ਤੁਸੀਂ ਇੰਟਰਵਿਊ ਕੀਤੀ, ਪਰਿਵਾਰ ਨੇ ਇੱਥੋਂ ਨੰਬਰ ਲੈ ਕੇ ਤੁਹਾਡੇ ਨਾਲ ਗੱਲ ਕੀਤੀ, ਤੁਸੀਂ ਇੰਟਰਵਿਊ ਕੀਤੀ, ਫਿਰ ਮੀਡੀਆ ਨੂੰ ਪਰਿਵਾਰ ਵਾਲਿਆਂ ਨੇ ਨਾ ਜਿਵੇਂ ਮੱਖਣ ਚੋਂ ਵਾਲ ਕੱਢ ਕੇ ਸੁੱਟ ਦਈਦਾ, ਮੱਖਣ ਚੋਂ ਵਾਲ ਕੱਢ ਕੇ ਸੁੱਟ ਦਿੱਤਾ। ਉਹ ਤੁਹਾਨੂੰ ਹੀ ਪਹਿਲੀ ਇੰਟਰਵਿਊ ਦਿੱਤੀ, ਤੁਸੀਂ ਉਸ ਗੱਲਬਾਤ ਨੂੰ ਲਿਆ, ਮੁੜ ਕੇ ਤੁਹਾਨੂੰ ਹੀ ਸੈਕਿੰਡ ਇੰਟਰਵਿਊ ਜਦੋਂ ਚਾਬੀਆਂ ਦਿੱਤੀਆਂ ਗਈਆਂ, ਉਦੋਂ ਆਨਾਕਾਨੀ ਜੀ ਹੋਈ ਤੁਹਾਡੇ ਨਾਲ, ਤੁਸੀਂ ਦੱਸਿਆ ਕਿ ਅੱਜ ਆ ਜਾਓ, ਕੱਲ ਆ ਜਾਓ, ਚਲੋ ਠੀਕ ਆ, ਆਪਣਾ ਕੰਮ ਸੀ, ਕੰਮ ਕਰ ਦਿੱਤਾ ਤੁਸੀਂ। ਹਾਂਜੀ, ਨੇਕੀ ਕਰ ਖੂਜ ਪਾ। ਹੁਣ ਉਹ ਬੀਬੀ ਫੇਰ ਕਹਿ ਰਹੀ ਹੈ ਕਿ ਸਾਡੇ ਨਾਲ ਧੱਕਾ ਹੋ ਗਿਆ। ਉਹ ਜਿਨ੍ਹਾਂ ਨੂੰ ਕ੍ਰੈਡਿਟ ਦੇ ਰਹੇ ਸੀ ਉਹਨਾਂ ਦਾ ਨਾਂ ਲੈ ਕੇ ਹੀ ਕਹਿੰਦੇ ਨੇ ਕਿ ਸਾਡੇ ਨਾਲ ਧੱਕਾ ਹੋ ਗਿਆ, ਚਾਬੀਆਂ ਹੀ ਮਿਲੀਆਂ ਨੇ ਕੋਠੀ ਤੇ ਕਿਸੇ ਹੋਰ ਦੇ ਨਾਂ ਤੇ। ਤੇ ਬੀਬੀ ਨੂੰ ਤਾਂ ਆਪਾਂ ਉਦੋਂ ਹੀ ਕਹਿ ਦਿੱਤਾ ਸੀਗਾ, ਸਾਡੇ ਇੱਕ ਵਕੀਲ ਸਾਹਿਬ ਨੇ ਵੀ ਕਹਿ ਦਿੱਤਾ ਸੀ ਕਿ ਇਹ 4 ਦਿਨ ਕੀ ਚਾਂਦਨੀ, ਫਿਰ ਬਈ ਅੰਧੇਰੀ ਰਾਤ, ਪਤਾ ਉਦੋਂ ਲੱਗਣਾ ਜਦੋਂ ਕੋਰਟ ਚੋਂ ਇਹਨਾਂ ਦੇ ਨਾਂ ਦੇ ਪੇਪਰ ਬੋਲੇ। ਅੱਜ ਕੋਰਟ ਦੇ ਵਿੱਚ ਪੇਪਰ ਕਿਸੇ ਹੋਰ ਦੇ ਨਾਂ ਤੇ ਬੋਲ ਰਹੇ ਨੇ, ਰਜਿਸਟਰੀ ਤੇ ਕਿਸੇ ਹੋਰ ਦੇ ਨਾਂ ਤੇ। ਬਿਲਕੁਲ ਜੀ। ਹੁਣ ਬੀਬੀ ਜਿਹੜੇ ਕੋਠੀ ਦਿੱਤੀ ਗਈ ਆ, ਤਾਂ
ਜਿਹੜੇ ਅਸ਼ੋਕ ਕੁਮਾਰ ਸੀਗੇ, ਉਹਨਾਂ ਨੇ ਮਾਲ ਮਹਿਕਮੇ ਨਾਲ ਜਿਹੜਾ ਮੁਕੱਦਮਾ ਦਰਜ ਹੋਇਆ ਉਹਨਾਂ ਦੇ 420 468 120 ਦਾ, ਤਾਂ ਉੱਥੋਂ ਇਹ ਸਾਬਤ ਹੁੰਦਾ ਕਿ ਇਹਨਾਂ ਨੇ ਮਾਲ ਮਹਿਕਮੇ ਦੇ ਵਿੱਚ ਕੁਝ ਛੇੜਖਾਨੀ ਕੀਤੀ ਆ। ਹੁਣ ਗੱਲ ਇੱਥੇ ਨਹੀਂ ਛੇੜਖਾਨੀ ਹੋਈ, ਮਾਲ ਮਹਿਕਮਾ ਕਿਸ ਤੇ ਉਂਗਲਾਂ ਤੇ ਚੱਲਦਾ? ਜਦੋਂ ਫਰਦ ਕੇਂਦਰ ਦੇ ਵਿੱਚ ਫਰਦ ਨੇ ਐਸਡੀਐਮ ਸਾਹਿਬ ਤੇ ਤਹਿਸੀਲਦਾਰ ਤੇ ਕਾਨੂੰਗੋ ਦਾ ਅੰਗੂਠਾ ਲੱਗ ਕੇ ਪਟਵਾਰੀ ਦਾ ਕੰਪਿਊਟਰ ਚੱਲਦਾ, ਉਹਦੇ ਵਿੱਚ ਪੀਸੀ ਤੇ ਅੰਗੂਠਾ ਲੱਗਦਾ ਤਾਂ ਦੋਨਾਂ ਦਾ ਲੱਗਦਾ, ਇਸ ਤੋਂ ਬਾਅਦ ਉਹ ਓਪਨ ਹੁੰਦਾ। ਤਾਂ ਫਿਰ ਜੇ ਉਹਦੇ ਵਿੱਚ ਫਰਦ ਪੈ ਗਈ, ਮਾਲ ਮਹਿਕਮੇ ਨੇ ਫਰਦ ਪੈ ਗਈ, ਤਾਂ ਫਿਰ ਅੰਗੂਠਾ ਦਾ ਤਹਿਸੀਲਦਾਰ ਸਾਹਿਬ ਤੇ ਕਾਨੂੰਗੋ ਦਾ ਲੱਗਾ ਹੋਊਗਾ, ਪਟਵਾਰੀ ਦਾ ਵੀ ਪਟਵਾਰੀ ਕਰਕੇ ਫਰਦ ਬਦਲ ਕੇ ਪਰਮੀ 8 ਤਰੀਕ ਨੂੰ ਫਰਦ ਹੋਰ ਦੇ ਨਾਮ ਦੇ ਨਿਕਲਦੀ, 10 ਤਰੀਕ ਨੂੰ ਫਰਦ ਹੋਰ ਦੇ ਨਾਮ ਬੰਦੇ ਤੇ ਨਿਕਲ ਜਾਂਦੀ ਆ। ਤੇ ਇਹਦਾ ਮਤਲਬ 2 ਦਿਨਾਂ ਦੇ ਵਿੱਚ ਜੀ ਮਾਲ ਮਹਿਕਮੇ ਨਾਲ ਛੇੜਖਾਨੀ ਕੀਤੀ ਗਈ ਆ। ਤੇ ਫਿਰ ਮੁਕੱਦਮਾ ਇੱਕ ਬੰਦਾ ਕਿਉਂ ਭੁਗਤੇ ਜੀ? ਫਿਰ ਤਾਂ ਤਹਿਸੀਲਦਾਰ ਵੀ ਇਨਵੋਲਵ ਆ, ਫਿਰ ਕਾਨੂੰਗੋ ਵੀ ਇਨਵੋਲਵ ਆ, ਫਿਰ ਪਟਵਾਰੀ ਵੀ ਇਨਵੋਲਵ ਇਹਦੇ ਵਿੱਚ, ਤਾਂ ਫਿਰ ਉਹ ਮੁਕੱਦਮੇ ਤੋਂ ਬਾਹਰ ਕਿਉਂ ਆ? ਇਹ ਤਾਂ ਬਹੁਤ ਸਾਰੇ ਬੰਦੇ, ਤਾਂ ਜੋ ਰੱਸੀ ਪੱਟਾਂ ਲੱਗਦੀ ਹੈ, ਫਿਰ ਤਾਂ ਬੀਬੀ ਵੀ ਕਿਤੇ 120 ਜਾ ਸਕਦੀ ਆ ਕਿ ਬੀਬੀ ਨੇ, ਤੁਹਾਨੂੰ ਪਤਾ ਵੀ ਜੇ ਕੋਈ ਚੋਰੀ ਦਾ ਸਮਾਨ ਚੋਰ ਸਿਲੰਡਰ ਕਰਕੇ ਇਹਦੇ ਘਰੇ ਵੇਚ ਦੇਵੇ ਨਾ, ਤਾਂ ਉਸ ਘਰ ਤੇ ਵੀ ਪਰਚਾ ਹੁੰਦਾ ਵੀ ਤੁਸੀਂ ਚੋਰੀ ਦਾ ਸਮਾਨ ਖਰੀਦਿਆ। ਚਲੋ ਮੈਨੂੰ ਲੱਗਦਾ ਕਿ ਅਜੇ ਤਾਂ ਨਹੀਂ, ਜਿਹੜਾ ਤੁਸੀਂ ਇਹ ਇੱਕ ਮੁੱਦਾ ਕੱਢ ਲਿਆ ਕੋਈ 120 ਵਾਲਾ ਜਿਹੜਾ ਵਾ, ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਈ, ਹਾਂਜੀ ਚੋਰ ਕਰੇ ਸੋ ਚੰਗਾ ਹੋਈ, ਚੰਗਾ ਤਾਂ ਹੋ ਹੀ ਨਹੀਂ ਸਕਦਾ, ਚੋਰ ਕਿਉਂ ਚੰਗਾ ਹੋਈ। ਸੋ ਗੱਲ ਇਹ ਹੈ ਕਿ ਜਦੋਂ ਕਹਿੰਦੇ ਕਿ ਕਿਸੇ ਵੀ ਤਰ੍ਹਾਂ ਦੀ ਆਪਾਂ ਗੱਲ ਕਰਦੇ ਹਾਂ ਕਿ ਜੀ ਵੇਖੋ ਫਲਾਣੇ ਥਾਂ ਤੇ ਬੰਦੇ ਸੀਗੇ, ਉਹਨਾਂ ਨੂੰ ਬਣਾ ਦੇਣ ਵਾਲਿਆਂ ਨੂੰ ਵੀ ਜਿਹੜਾ ਹੈ ਕੇਸ ਦੇ ਵਿੱਚ ਰੰਗ ਦਿੱਤਾ ਗਿਆ। ਹਾਂਜੀ ਬੜਾ ਕੁਝ ਹੋ ਸਕਦਾ, ਪਰ ਅਜੇ ਸਮਾਂ ਬਲਵਾਨ ਹੈ ਉਹਨਾਂ ਵਾਸਤੇ। ਖੈਰ ਅਸੀਂ ਮੇਨ ਕਾਰਨ ਇਹੀ 2 ਨੇ ਜਿਹੜਾ ਤੁਹਾਨੂੰ ਲਿਆਉਂਦਾ, ਇੱਕ ਤਾਂ ਉਸ ਏਰੀਏ ਦੇ ਵਿੱਚ ਜਿਹੜੀ ਹੈ ਜੇ ਕੋਠੀ ਵਾਲਿਆਂ ਦਾ ਮਸਲਾ ਉਸੇ ਤਰ੍ਹਾਂ ਲਟਕ ਗਿਆ, ਸੈਕੰਡ ਕੋਠੀ ਭਾਵੇਂ ਉਹਨਾਂ ਕੋਲ ਮਿਲ ਗਈ ਹੈ, ਕੋਠੀ ਦੇ ਅੰਦਰ ਨੇ ਉਹ, ਪਰ ਪੇਪਰ ਕਿਸੇ ਹੋਰ ਦੇ ਨਾਂ ਤੇ ਬੋਲੇ। ਦੂਜਾ ਜਿਹੜਾ ਸਾਧ ਨੇ ਸਾਧਗਿਰੀ ਦਿਖਾਈ ਹੈ, ਹਾਂਜੀ ਤੁਸੀਂ ਖਬਰ ਲਾਈ ਸੀ, ਉਹ ਖਬਰ ਕਿਵੇਂ ਸੀ ਉਹ ਦੱਸ ਦਿਓ, ਤੇ ਫਿਰ ਤੁਹਾਡੀ ਵਿਦ ਯੂਰ ਪਰਮਿਸ਼ਨ ਮੈਂ ਉਹ ਟੈਕਸ ਬਾਬੇ ਦਾ ਜ਼ਰੂਰ ਦਿਖਾਉਣਾ ਚਾਹਾਂਗਾ ਕਿ ਪੱਤਰਕਾਰਾਂ ਦੀਆਂ ਮੁੜ ਕੇ ਜਿਸ ਸਾਧ ਨੂੰ ਆਪਾਂ ਗੁਰੂ ਨਾਨਕ ਮਹਾਰਾਜ ਦਾ ਉਪਾਸ਼ਕ ਮੰਨ ਲੈਂਦੇ ਹਾਂ ਕਿ ਇਹ ਸਾਨੂੰ ਗੁਰੂ ਨਾਨਕ ਦੀ ਸਿੱਖਿਆ ਦੇਵੇਗਾ, ਗੁਰੂ ਨਾਨਕ ਦੇ ਮਾਰਗ ਤੇ ਚੱਲਣ ਵਾਲਾ ਹੈ। ਗੁਰੂ ਨਾਨਕ ਤੇ ਕਹਿੰਦਾ ਕਿ ਪੁਰਾਣੀਆਂ ਜਿਹੜੀਆਂ ਨੇ ਧੀਆਂ ਭੈਣਾਂ ਵੇਖ ਕੇ ਉਹ ਆਪਣੀਆਂ ਸਮਝਣੀਆਂ ਨੇ, ਤੇ ਜੇ ਅਸੀਂ ਕਹਿੰਦੇ ਕਿ ਗੁਰਦੁਆਰੇ ਜਿਹੜੇ ਨੇ ਸਾਡੇ ਸੁਰੱਖਿਅਤ ਨੇ, ਉੱਥੇ ਫਿਰ ਇਹੋ ਜਿਹੇ ਸਾਧ ਹੋਣਗੇ ਕਿ ਜਿਹੜੀ ਖਬਰ ਸੁਣ ਕੇ ਤੇ ਇੰਨਾ ਗੰਦ ਲਿਖਦੇ ਨੇ, ਉਹ ਵੀ ਸੋਸ਼ਲ ਨੈਟਵਰਕ ਮੀਡੀਆ ਤੇ, ਫਿਰ ਸਾਧ ਕਿਵੇਂ ਹੋ ਸਕਦਾ ਹੈ? ਬਿਲਕੁਲ ਜੀ, ਕਾਫੀ ਇੱਕ ਨਾ ਸੇਵਾਦਾਰ ਸੀ ਇਸ ਗੁਰਦੁਆਰੇ ਦੇ ਵਿੱਚ, ਚਾਵਲਾ ਸਾਹਿਬ, ਇਹ ਉਹ ਰਹਿ ਰਿਹਾ ਸੀ, ਤੇ ਉਹਨੇ ਸਾਨੂੰ ਦੱਸਿਆ ਕਿ ਇਹ ਲਗਾਤਾਰ ਇੱਕ ਲੜਕੀ ਨੂੰ 6 ਮਹੀਨਿਆਂ ਤੋਂ ਲੈ ਕੇ ਸਰੋਵਰ ਦੇ ਉੱਪਰ ਬੂਟ ਪਾ ਕੇ ਗੇੜੇ ਦਿੰਦੀ, ਉਹਦੇ ਪੈਰਾਂ ਵਿੱਚ ਸ਼ੂਜ਼ ਪਾਏ ਹੁੰਦੇ ਆ, ਤੇ ਅਸੀਂ ਉੱਥੇ ਜਾ ਕੇ ਬੈਠ ਗਏ ਸੀ 4 ਵਜੇ 5 ਵਜੇ, ਤਾਂ ਬੀਬੀ ਉਸੇ ਤਰ੍ਹਾਂ ਆਈ, ਸਰੋਵਰ ਦੇ ਵਿੱਚ ਐਂਟਰੀ ਹੁੰਦੀ ਆ, ਤਾਂ ਬੀਬੀ ਕੰਨਾਂ ਦੇ ਵਿੱਚ ਹੈੱਡਫੋਨ ਲਾਏ ਹੋਏ ਤੇ ਬੂਟ ਪਾਏ ਹੋਏ ਵਾਈਟ ਕਲਰ ਦੇ, ਤਾਂ ਅਸੀਂ ਆਪਣੇ ਕੈਮਰਾ ਜੇਬ ਦੇ ਵਿੱਚ ਪਾ ਕੇ ਤਾਂ ਵੀਡੀਓ ਬਣਾ ਰਹੇ ਸੀ। ਬਾਅਦ ਦੇ ਵਿੱਚ ਜਦੋਂ ਅਸੀਂ ਬੀਬੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਬੀਬੀ ਭੱਜ ਕੇ ਬਾਬੇ ਦੇ ਕੋਲੇ ਚਲੀ ਗਈ, ਕਮਰੇ 'ਚ ਵੜ ਗਈ, ਤਾਂ ਅਸੀਂ ਕਿਹਾ ਵੀ ਬੀਬੀ ਨੇ ਅਸੀਂ ਬਹਿਸ ਨਹੀਂ ਕਰ ਸਕਦੇ, ਅਸੀਂ ਬਾਬਾ ਜੀ ਨੂੰ ਮਿਲੇ, ਬਾਬਾ ਜੀ ਸਾਨੂੰ ਚਾਹ ਵੀ ਪਿਆਈ ਵਧੀਆ। ਬਾਬਾ ਜੀ ਕਹਿੰਦੇ ਮਸਲਾ ਦੱਸ, ਕਿ ਬਾਬਾ ਜੀ ਇੱਕ ਬੀਬੀ ਹੈ ਗੇੜੇ ਦੇ ਰਹੀ, ਇਹ ਕੌਣ ਆ? ਬਾਬਾ ਜੀ ਕਹਿੰਦਾ ਮੇਰੀ ਵਾਈਫ ਆ। ਅਸੀਂ ਕਿਹਾ ਬਾਬਾ ਜੀ ਐਲਬਮ ਦਿਖਾ ਦਿਓ। ਕਹਿੰਦਾ ਐਲਬਮ ਉਦੋਂ ਬਣਦੀਆਂ ਨਹੀਂ ਸੀ। ਮੈਂ ਕਿਹਾ ਬਾਬਾ ਜੀ ਤੁਹਾਡੀ ਉਮਰ ਕਿੰਨੀ? ਕਹਿੰਦਾ ਮੇਰੀ ਉਮਰ 35 ਸਾਲ। ਤੇ ਮੈਂ ਕਿਹਾ ਬਾਬਾ ਜੀ ਤੁਹਾਡਾ ਵਿਆਹ ਕਦੋਂ ਹੋਇਆ? ਕਹਿੰਦਾ 5-7 ਸਾਲ ਪਹਿਲਾਂ। ਮੈਂ ਕਿਹਾ ਬਾਬਾ ਜੀ ਇਹ ਜਿਹੜੇ ਕੈਮਰੇ ਇਹ ਤਾਂ 20 ਸਾਲ ਦੇ ਆਏ ਹੋਏ ਆ, ਐਲਬਮ ਕੋਈ ਤਾਂ ਪ੍ਰੂਫ ਮੈਨੂੰ ਦਿਖਾ ਦਿਓ। ਕਹਿੰਦਾ ਨਹੀਂ ਜੀ। ਫਿਰ ਅਸੀਂ ਉਹ ਸੇਵਾਦਾਰ ਨੂੰ ਪੁੱਛਿਆ, ਉਹ ਸੇਵਾਦਾਰ ਨੇ ਹੀ ਸਾਨੂੰ ਇੰਟਰਵਿਊ ਕੀਤੀ, ਅਸੀਂ ਆਪਣਾ ਪੂਰਾ ਪੱਖ ਲਿਆ। ਸਹੀ, ਅਸੀਂ ਆਪ ਨਹੀਂ ਬੋਲੇ, ਉਹ ਸੇਵਾਦਾਰ ਹੀ ਬੋਲਿਆ ਕਿ ਇਸ ਦੀ ਸਹੇਲੀ ਰੱਖੀ ਹੋਈ ਆ, ਫਰੈਂਡ ਰੱਖੀ ਹੋਈ ਆ, ਜਿਹੜੀ ਗੇੜੇ ਦੇ ਰਹੀ ਆ 6 ਮਹੀਨਿਆਂ ਤੋਂ ਮੈਂ ਦੇਖ ਰਿਹਾ। ਉਹ ਸੇਵਾਦਾਰ ਦੀ ਹੀ ਅਸੀਂ ਇੰਟਰਵਿਊ ਚੱਕ ਕੇ ਆਪਣੇ ਚੈਨਲ ਤੇ ਦਿਖਾਈ, ਬਲਕਿ ਅਸੀਂ ਆਪਣੇ ਕੋਲੋਂ ਕੋਈ ਮਸਾਲਾ ਨਹੀਂ ਲਾਇਆ ਉਹਦੇ ਵਿੱਚ ਕਿ ਅਸੀਂ ਬੋਲ ਰਹੇ ਹਾਂ। ਅਸੀਂ ਉਹਦੀ ਹੀ ਗੱਲਬਾਤ ਦੱਸੀ, ਤੇ ਉਹ ਸੇਵਾਦਾਰ ਦੇ ਨਾਲ ਇੱਕ ਜਥੇਬੰਦੀ ਹੈ ਸਤਿਕਾਰ ਕਮੇਟੀ ਵਾਲੇ, ਉਹ ਵੀ ਨਾਲ ਖੜੇ ਹੋਏ ਆ, ਤੇ ਨਾਲ ਹੋਰ ਵੀ ਢਾਡੀ ਜਥੇ ਖੜੇ ਹੋਏ ਆ, ਜਿਹੜੇ ਉਹ 10-15 ਸਿੰਘ ਖੜ ਕੇ ਬੋਲ ਰਹੇ ਆ ਕਿ ਇਹ ਬੀਬੀਆਂ ਗਲਤ ਕੰਮ ਹੋ ਰਿਹਾ ਇੱਥੇ, ਇਹ ਬੀਬੀਆਂ ਨੂੰ ਗੇੜੇ ਦਵਾ ਰਿਹਾ ਵਾ ਸਰੋਵਰ ਤੇ, ਬੇਅਦਬੀ ਹੋਈ। ਅੱਛਾ, ਸਰੋਵਰ ਸਰੋਵਰ ਛੱਡ ਕੇ ਸਵਿਮਿੰਗ ਪੂਲ ਬਣਾ ਲਿਆ ਉਹਨੇ ਤੇ, ਹੈ? ਬਿਲਕੁਲ ਬਿਲਕੁਲ ਜੀ। ਜਦੋਂ ਇਸ ਸੰਬੰਧੀ ਉਹਨਾਂ ਨੇ ਦਰਖਾਸਤ ਵੀ ਦਿੱਤੀ ਵੀ 295 ਦਾ ਮੁਕੱਦਮਾ ਕੀਤਾ ਜਾਵੇ, ਚਲੋ ਮੁਕੱਦਮਾ ਤਾਂ ਦਰਜ ਨਹੀਂ ਹੋਇਆ। ਬਾਅਦ ਦੇ ਵਿੱਚ ਬਾਬਾ ਜੀ, ਹੁਣ ਮੇਰੇ ਕੋਲ ਐਸੀਆਂ ਬਹੁਤ ਖਬਰਾਂ, ਮੈਂ ਕੱਲ ਸਾਰੀਆਂ ਖੋਲ ਕੇ ਸਕਰੀਨਸ਼ਾਟ ਮਾਰੇ, ਜਿਨ੍ਹਾਂ ਦੇ ਮੈਂ ਡਿਲੀਟ ਵੀ ਕਰਾਏ ਆਪਣੇ ਕੰਪਿਊਟਰ ਵਾਲੇ ਨੂੰ ਕਹਿ ਕੇ, ਤੇ ਜਿਨ੍ਹਾਂ ਦੇ ਵਿੱਚ ਬਹੁਤ ਕੁਝ ਗੰਦ ਲਿਖਦਾ ਪਿਆ। ਚਲੋ ਇੱਕ ਤੁਸੀਂ ਦਿਖਾਤੀ, ਹੋਰ ਵੀ ਬਹੁਤ ਕੁਝ ਲਿਖਿਆ ਇਹਨਾਂ ਨੇ। ਦਿਖਾਈ ਨਹੀਂ ਅਜੇ ਰਾਣਾ ਜੀ, ਦਿਖਾਈ ਨਹੀਂ ਮੈਂ, ਕਿਉਂਕਿ ਸ਼ਬਦਾਵਲੀ ਬੜੀ ਗੰਦੀ ਲਿਖੀ ਆ ਉਹ। ਮੈਂ ਨਹੀਂ ਚਾਹੁੰਦਾ
ਕਿ ਦਿਖਾਈਏ, ਪਰ ਜੇ ਇਹ ਸਾਧ ਕੁਝ ਇੰਟਰਵਿਊ ਤੇ ਜਾਂ ਫਿਰ ਹਰਕਤ ਇਹੋ ਜਿਹੀ ਕਰਦਾ ਤੇ ਫਿਰ ਅਸੀਂ ਜ਼ਰੂਰ ਦਿਖਾਵਾਂਗੇ, ਕਿਉਂਕਿ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ। ਤੁਹਾਨੂੰ ਨਹੀਂ ਬੋਲਿਆ ਗਿਆ, ਉਹ ਸਮਝ ਲਓ ਕਿ ਸਾਡੇ ਪਰਿਵਾਰ ਦੇ ਮੈਂਬਰ ਸਾਰਿਆਂ ਨੂੰ ਬੋਲਿਆ ਗਿਆ। ਜਿਹੜੀ ਸ਼ਬਦਾਵਲੀ ਇਸ ਸਾਧ ਨੇ ਮਤਲਬ ਜਿਹੜੀ ਲੁੱਚਪੁਣਾ ਦਿਖਾਇਆ ਹੈ, ਗੰਦੇ ਸ਼ਬਦ ਜਿਹੜੇ ਤੁਹਾਡੇ ਮਾਂ ਵਾਸਤੇ, ਭੈਣ ਵਾਸਤੇ, ਧੀ ਵਾਸਤੇ ਲਿਖੇ ਨੇ, ਧਰਮ ਪਤਨੀ ਵਾਸਤੇ ਲਿਖੇ ਨੇ, ਉਹ ਸਮਝਦਾ ਸਾਡੇ ਪਰਿਵਾਰ ਵਾਸਤੇ ਲਿਖੇ ਨੇ। ਇਹ ਸਾਧ ਕਹਾਉਣ ਦੇ ਲਾਇਕ ਨਹੀਂ ਗੇ। ਇਹਨਾਂ ਲੋਕਾਂ ਨੂੰ ਤਾਂ ਸਤਿਕਾਰ ਕਮੇਟੀਆਂ ਕੀ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਉਹਨਾਂ ਤੱਕ ਪਹੁੰਚਾਉਣਾ ਚਾਹੀਦਾ ਕਿ ਆਹ ਭਾਵਨਾ ਰੱਖਣ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਜੇਕਰ ਇਸ ਤਰ੍ਹਾਂ ਦੇ ਵਹਿਸ਼ੀ ਲੋਕ ਹੋਣਗੇ ਤੇ ਉੱਥੇ ਧੀਆਂ ਭੈਣਾਂ ਕਿਵੇਂ ਸੇਫ ਹੋ ਸਕਦੀਆਂ ਨੇ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਸਰੋਵਰ ਸਾਹਿਬ ਦੇ ਆਸੇ-ਪਾਸੇ ਇਹਨਾਂ ਨੇ ਲੇਕ ਬਣਾ ਕੇ, ਸਵੀਮਿੰਗ ਪੂਲ ਬਣਾ ਕੇ, ਤੇ ਭਾਵੇਂ ਉਹ ਧਰਮ ਪਤਨੀ ਹੋਵੇ ਉਹਨੂੰ ਵੀ ਆਗਿਆ ਕੋਈ ਨਹੀਂ ਕਿ ਜੋੜਾ ਪਾ ਕੇ ਤੁਰੀ ਫਿਰੇ ਹੋ। ਹਾਂਜੀ, ਵੱਡੀ ਗੱਲ ਇਹ ਹੈ ਜੀ ਕਿ ਕੱਲੀ ਸਰੋਵਰ ਦੀ ਨਹੀਂ, ਇਹ ਜਿਹੜੇ ਲੋਕੀ ਆਪਣੇ ਨਾ, ਇਹਨਾਂ ਕੋਲੇ ਦੁੱਧ ਬਹੁਤ ਇਕੱਠਾ ਹੋ ਜਾਂਦਾ ਜੀ। ਇਸ ਬਾਬੇ ਕੋਲੇ ਦੁੱਧ ਬਹੁਤ ਇਕੱਠਾ ਹੁੰਦਾ ਕਿਉਂਕਿ ਪਿੰਡ ਤੋਂ ਬਾਹਰ ਡੇਰਾ ਵਾ ਤੇ ਸਿੰਘ ਇਹਦੇ ਕੋਲੇ 3-4 ਹੀ ਰੱਖੇ ਆ। ਇਹਦੇ ਕੋਲੇ 5-7 ਕਿਲੋ ਦੁੱਧ ਹੋ ਜਾਂਦਾ। ਇਹਨੇ ਲੋਕਾਂ ਨੂੰ ਦਿਖਾਉਣ ਵਾਸਤੇ ਇੱਕ ਮੱਝ ਰੱਖ ਲਈ ਜਿਹੜੀ 2 ਕਿਲੋ ਜਾਂ ਕਿਲੋ ਦੁੱਧ ਦਿੰਦੀ ਹੋਣੀ। ਇਹਨੇ ਉੱਥੇ ਆਪਣਾ ਇੱਕ ਬੰਦਾ ਬੁਲਾ ਲਿਆ, ਉਹਨੂੰ ਕਹਿੰਦਾ ਵੀ ਤੂੰ ਦੁੱਧ ਚੋਕ ਡੇਅਰੀ ਵਿੱਚ ਪਾ ਕੇ ਆਉਣਾ। ਮੈਂ ਉਸ ਡੇਅਰੀ ਨਾਲ ਸੰਪਰਕ ਕੀਤਾ, ਉਹ ਕਹਿੰਦੇ ਜੀ ਡੇਲੀ ਦੁੱਧ ਇਹਦਾ 15 ਕਿਲੋ ਪੈਂਦਾ। ਮੈਂ ਕਿਹਾ ਜੀ ਮੱਝ ਦੇ ਮੈਂ ਦੇਖਿਆ, ਮੱਝ ਦੇ ਤਾਂ ਹੱਡ ਨਿਕਲੇ ਪਈ, ਮੱਝ ਦਾ ਸ਼ਿਕਾਰੀ ਕੁੱਤੇ ਵਰਗੀ ਬਣੀ ਪਈ। ਉਹ 15 ਕਿਲੋ 2 ਕਿਲੋ ਦੁੱਧ ਮਸਾਂ ਦਿੰਦੀ ਹੋਣੀ, ਜਿਹਦਾ ਤੁਸੀਂ ਡੇਲੀ 15 ਕਿਲੋ ਹਿਸਾਬ ਕਰਦੇ ਪਏ ਹੋ। ਮੈਂ ਕਿਹਾ ਜੀ ਲੋਕਾਂ ਦਾ ਦੁੱਧ ਇਕੱਠਾ ਹੋਇਆ ਡੇਅਰੀ ਦੇ ਵਿੱਚ ਪੈ ਰਿਹਾ, ਠੀਕ ਹੈ ਨਾ। ਤੇ ਫਿਰ ਮੈਂ ਬਾਬਾ ਜੀ ਨੂੰ ਫਿਰ ਸੰਪਰਕ ਲਿਆ। ਮੈਂ ਕਿਹਾ ਬਾਬਾ ਜੀ ਤੁਸੀਂ ਦੁੱਧ ਵੀ ਵੇਚਦੇ ਹੋ? ਕਹਿੰਦਾ ਜੀ ਮੇਰੀ ਮੱਝ 30 ਕਿਲੋ ਦੁੱਧ ਦਿੰਦੀ ਆ। ਮੈਂ ਕਿਹਾ ਇਹਦਾ ਕਰੋੜ ਦੀ ਵਿਕੂਗੀ ਤੁਹਾਡੀ ਮੱਝ, ਜੇ 30 ਕਿਲੋ ਦੁੱਧ ਦਿੰਦੀ ਆ ਤਾਂ ਇਹ ਤਾਂ ਥੋੜੀ ਕਰੋੜ ਦੀ ਵਿਕ ਜਾਣੀ। ਤੁਸੀਂ ਇਹ ਚੱਕਰ ਆ ਜਾਂਦਾ, ਸਾਨੂੰ ਸਮਝਾਓ। ਮੈਂ ਕਿਹਾ ਤੁਹਾਡੇ ਡੇਰੇ ਚੋਂ ਖੰਡ ਵਿਕਦੀ ਜਾ ਕੇ ਫਲਾਨੀ ਦੁਕਾਨ ਤੇ, ਜਿਹੜੀ ਪੁੰਨਿਆਂ ਤੇ ਖੰਡ ਵੱਧ ਜਾਂਦੀ ਆ, ਉਹ ਵੀ ਤੁਸੀਂ 30-35 ਰੁਪਏ, ਜਿੱਥੇ ਲੋਕਾਂ ਦਾ 40 ਰੁਪਏ ਭਾਅ, ਤੁਸੀਂ 30 ਰੁਪਏ ਜਾ ਕੇ ਵੇਚਦੇ ਹੋ ਉਸ ਦੁਕਾਨ ਤੇ। ਤੇ ਬਾਬਾ ਜੀ ਇਸ ਚੀਜ਼ ਨੂੰ ਜੈਲਸ ਕਰ ਗਏ ਵੀ ਇਹ ਮੇਰੇ ਖਣੀ ਪਿੱਛੇ ਜਿੱਦ ਕਰਕੇ ਪੈ ਰਿਹਾ। ਬਲਕਿ ਜਿੱਦ ਨਹੀਂ, ਮੈਂ ਸੱਚ ਸਾਹਮਣੇ ਦਿਖਾ ਰਿਹਾ ਸੀ ਬਾਬੇ ਨੂੰ ਕਿ ਇਹ ਤੁਸੀਂ ਡੇਰੇ 'ਚ ਬੈਠ ਕੇ ਗਲਤ ਕੰਮ ਕਰ ਰਹੇ ਹੋ, ਦੁੱਧ ਪਾ ਰਹੇ ਹੋ। ਉਸ ਇਲਾਕੇ ਦੀਆਂ ਸੰਗਤਾਂ ਸਾਨੂੰ ਸੁਣ ਰਹੀਆਂ ਨੇ, ਅਸੀਂ ਬੇਨਤੀ ਕਰਨਾ ਚਾਹਾਂਗੇ, ਉਹ ਭਲਿਓ, ਉਹ ਬਚੋ। ਬੀਬੀਆਂ ਨੂੰ ਵੀ ਕਹੋ ਕਿਸੇ ਗਰੀਬ ਦੇ ਮੂੰਹ 'ਚ ਦੁੱਧ ਪਾ ਦਿਆ ਕਰੋ, ਆਪਣੇ ਬੱਚਿਆਂ ਨੂੰ ਦੇ ਦਿਆ ਕਰੋ, ਆਂਢ ਗੁਆਂਢ ਦੇ ਦਿਆ ਕਰੋ, ਕਰ ਭਲਾ ਸੋ ਹੋ ਭਲਾ। ਇਹਨਾਂ ਸਾਧਾਂ ਦੇ, ਉਹ ਕਹਿੰਦੇ ਸੀ ਜੋਗਾ ਸਿੰਘ ਜੋਗੀ ਹੁਣ, ਇਹਨਾਂ ਨੇ ਸਾਧਾਂ ਬਾਰੇ ਬੜੀ ਤਗੜੀ ਗੱਲ ਕਹੀ। ਕਹਿੰਦੇ ਸਾਧ ਕਹਿੰਦੇ ਜੀ ਹਮ ਅੰਨ ਨਹੀਂ ਖਾਤੇ। ਹਾਂਜੀ, ਉਹ ਕਹਿੰਦਾ ਕਿਉਂ? ਕਹਿੰਦਾ ਹਮ दूधाधारी होते हैं। ਹਾਂਜੀ, ਤਾਜ਼ਾ ਮਿਲਿਆ ਹੋਵੇ ਇਹਨਾਂ ਨੂੰ ਦੁੱਧ, ਗਿਰੀਆਂ ਬਦਾਮ ਛੁਹਾਰੇ ਵਿੱਚ ਪਾਏ ਹੋਣ। ਹਾਂਜੀ, ਤੇ ਇਹਨਾਂ ਨੇ ਅੰਨ ਕੀ ਖਾਣਾ, ਖੇਤ ਸਵਾਹ। ਤੈਡੀਆਂ ਦੀਆਂ ਪਿੰਜਣੀਆਂ ਹੁੰਦੀਆਂ ਨੇ, ਜਿਵੇਂ ਮਤਲਬ ਕੱਟੇ ਜਿਹੜੀਆਂ। ਤਾਂ ਕਹਿਣ ਤੋਂ ਮੇਰਾ ਭਾਵ ਹੈ ਕਿ ਕਿਉਂ ਇਹਨਾਂ ਨੂੰ ਦੁੱਧ ਦਿੰਦੇ ਹੋ ਤੁਸੀਂ? ਕਿਉਂ ਇੱਥੇ ਚੜਾਉਂਦੇ ਹੋ? ਸਰਦਾ ਦੇਣੀ ਹੈ ਕਿਸੇ ਹੋਰ ਥਾਂ ਤੇ, ਗਰੀਬ ਗੁਆਂਢ ਦੀ। ਇੱਕ ਨਾ ਬਹੁਤ ਵਧੀਆ ਮੈਨੂੰ ਕੋਟੇਸ਼ਨ ਕੱਲ ਪਰਸੋਂ ਪੜ੍ਹਨ ਨੂੰ ਮਿਲੀ ਵੀ ਜੇ ਤੁਹਾਡਾ ਗੁਆਂਢੀ ਭੁੱਖਾ ਹੈ ਨਾ, ਤੇ ਗੁਰਦੁਆਰੇ ਤੇ ਮੰਦਿਰ ਦੇ ਵਿੱਚ ਤੁਹਾਡੇ ਵੱਲੋਂ ਦਿੱਤਾ ਹੋਇਆ ਦਾਨ ਪਾਪ ਆ। ਇਹ ਕੋਟੇਸ਼ਨ ਕਿਹਦੀ ਹੈ? ਮੈਂ ਰਾਤ ਦੇ ਪ੍ਰੋਗਰਾਮ ਜਾਂ ਕੱਲ ਦੇ ਪ੍ਰੋਗਰਾਮ ਤੁਹਾਨੂੰ ਦੱਸ ਦਵਾਂਗਾ ਕੋਟੇਸ਼ਨ ਕਿਹਦੀ ਹੈ। ਜੇ ਤੁਹਾਡਾ ਗੁਆਂਢੀ ਭੁੱਖਾ ਹੈ, ਹਿੰਦੂ ਜੈਂਟਲਮੈਨ ਆ ਬੜਾ ਵੱਡਾ ਜਿਹਨੇ ਗੱਲ ਲਿਖੀ ਹੈ, ਉਹ ਫਿਲਾਸਫਰ ਜੀ, ਗੁਆਂਢੀ ਤੁਹਾਡਾ ਭੁੱਖਾ ਹੈ ਨਾ, ਤੇ ਤੁਹਾਡਾ ਮੰਦਿਰ ਗੁਰਦੁਆਰਾ ਸਾਹਿਬ ਦੇ ਵਿੱਚ ਦਿੱਤਾ ਹੋਇਆ ਦਾਨ ਪਾਪ ਆ, ਆਂਢ ਗੁਆਂਢ ਵਰਤਾ ਦਿਓ ਜ਼ਰੂਰ। ਇਹਨਾਂ ਨੂੰ ਡੇਰਿਆਂ ਦੇ ਉੱਤੇ, ਇਹਨਾਂ ਨੂੰ ਜਿਹੜੇ ਇਹ ਇਸ ਤਰ੍ਹਾਂ ਦੀਆਂ ਸ਼ਬਦਾਵਲੀਆਂ, ਲੁੱਚੀਆਂ ਭਾਸ਼ਾ ਵਰਤਦੇ ਨੇ, ਜਿਹੜਾ ਖਬਰ ਲਾਉਂਦਾ ਉਹਨਾਂ ਨੂੰ ਚੜਾ ਕੇ ਤੇ ਹੋਰ ਸਿਰੇ ਤੇ ਚਾੜਨਾ। ਔਰ ਸਭ ਤੋਂ ਵੱਡੀ ਗੱਲ ਇਹ ਹੈ ਜੀ, ਜਦੋਂ ਇਹ ਦੁੱਧ ਪੀ ਪਿੰਜਣੀਆਂ ਵੱਜ ਜਾਂਦੇ, ਫਿਰ ਇਹਨਾਂ ਤੋਂ ਹੁਕਮਨਾਮਾ ਲੈਂਦੇ ਤਾਂ ਚੌਂਕੜਾ ਵੀ ਨਹੀਂ ਵੱਜਦਾ, ਕਿਉਂਕਿ ਪਿੰਜਣੀਆਂ ਮੋਟੀਆਂ ਹੋ ਜਾਣੀਆਂ ਦੁੱਧ ਪੀ ਫਿਰ ਇਹਨਾਂ ਤੋਂ ਚੌਂਕੜਾ ਨਹੀਂ ਵੱਜਦਾ। ਗੱਲ ਇਹ ਹੈ ਕਿ ਜਦੋਂ ਚੌਂਕੜਾ, ਕੱਲਾ ਚੌਂਕੜਾ ਨਹੀਂ, ਜਦੋਂ ਕੀੜੇ ਪੈਂਦੇ ਉਹ ਵੀ ਨਹੀਂ ਨਿਕਲਦੇ, ਫਿਰ ਇਹਨਾਂ ਕੋਲ ਹੱਥ ਉੱਥੇ ਨਹੀਂ ਪਹੁੰਚ ਹੁੰਦਾ। ਬਿਲਕੁਲ ਜੀ। ਹੁਣ ਮੈਂ ਬਹੁਤ ਸਾਰੀਆਂ ਇਹਦੀਆਂ ਜੀ ਬਹੁਤ ਕਮੀਆਂ ਸੀ ਜਿਹੜੀਆਂ ਮੈਂ ਲੋਕਾਂ ਨੂੰ ਦੱਸਣੀਆਂ, ਪਰ ਇਸ ਦੇ ਵਿੱਚ ਇਹ ਵੀ ਇਹਦੀ ਸੰਗਤ ਆ ਜਿਹੜੀ ਉਹ ਮੇਰੇ ਤੇ ਭਾਵੁਕ ਹੋ ਕੇ ਮੈਨੂੰ ਫੋਨ ਲਾਉਣ ਲੱਗ ਗਈ, ਤੂੰ ਸਾਡੇ ਬਾਬੇ ਨੂੰ ਬਦਨਾਮ ਕਰਦਾ। ਮੈਂ ਕਿਹਾ ਚਲੋ ਜੇ ਲੱਗ ਰਿਹਾ ਠੀਕ ਹੈ ਵੀ ਬਈ ਮੈਂ ਨਹੀਂ ਲਾਉਂਦਾ ਖਬਰਾਂ, ਪਰ ਗੱਲ ਇਹ ਸੀ ਵੀ ਤੁਹਾਡੇ ਪਿੰਡ ਦੀ ਡੇਅਰੀ ਵਿੱਚ ਦੁੱਧ ਪੈ ਰਿਹਾ, ਇੱਕ ਮੱਝ ਰੱਖੀ ਹੋਈ ਸਿਰਫ ਇੱਕ ਦਿਖਾਵੇ ਲਈ ਵੀ ਮੇਰੀ ਮੱਝ ਦਾ ਦੁੱਧ ਪੈ ਰਿਹਾ, ਤੁਸੀਂ ਆਪਦੇ ਪਿੰਡ ਦੀ ਡੇਅਰੀ ਚੋਂ ਕਢਾਓ। ਤੁਸੀਂ ਏਦਾਂ ਕਰੋ ਨਾ, ਕੈਮਰੇ ਲਾ ਕੇ ਤੈਨੂੰ ਕੋਈ ਬਾਬਾ ਜੀ ਵੀ ਚਲੋ ਅੱਜ ਤੇ ਭੱਜ ਗਈ ਹੋਣੀ ਮੱਝ ਤੁਹਾਡੀ, ਕੱਲ ਨੂੰ ਆ ਕੇ ਤੇ ਇਸੇ ਮੱਝ ਨੂੰ ਚੋ ਕੇ ਤੇ 15 ਕਿਲੋ ਤੁਸੀਂ ਕੱਢਦੇ ਹੋ, ਤਾਂ ਅਸੀਂ ਤੁਹਾਨੂੰ 15 ਕਿਲੋ ਕੱਢ ਦੋ, ਅਸੀਂ ਡਬਲ ਪੈਸੇ ਦੇ ਕੇ ਜਾਂਦੇ ਹਾਂ। ਤੇ ਗੱਲ ਇਹ ਵੀ ਲੋਕੀ ਜਦੋਂ ਭੋਲੀਆਂ ਸੰਗਤਾਂ ਨੂੰ ਬਾਬਿਆਂ ਨੇ ਪਤਾ ਨਹੀਂ ਕੀ ਖਵਾਇਆ ਹੁੰਦਾ, ਤੇ ਵੀ ਮੁੜ ਕੇ ਭੋਲੀਆਂ ਸੰਗਤਾਂ ਸਾਨੂੰ ਕੋਈ ਨਹੀਂ, ਸੰਗਤਾਂ ਵੀ ਭੋਲੀਆਂ ਨਹੀਂ, ਸੰਗਤਾਂ ਬਹੁਤ ਘੱਟ ਭੋਲੀਆਂ ਹੋਣਗੀਆਂ, ਕੋਈ ਚੰਦ ਕੁ ਭੋਲੀਆਂ ਹੋਣਗੀਆਂ। ਇਹ ਅਸੀਂ ਆਪਣੇ ਪਾਪ ਦੂਜਿਆਂ ਦੇ ਸਿਰ ਤੇ ਚਾੜਨ ਵਾਸਤੇ ਇਹੋ ਜਿਹਾ ਦਾਨ ਕਰਦੇ ਹਾਂ। ਜੇ ਸੁਚੇਤ ਹੋ ਜਾਈਏ ਤਾਂ ਫਿਰ ਸੇਵਾ ਕਰਦੇ ਨੇ ਲੋਕ, ਸੇਵਾ ਭਾਵਨਾ ਦੇ ਨਾਲ ਕੰਮ ਹੁੰਦੇ ਨੇ। ਅਸੀਂ ਇਹ ਜਿਹੜੇ ਮਾਹ ਚਾੜ ਕੇ ਆਉਂਦੇ ਨਾ ਗੁਰਦੁਆਰਾ ਸਾਹਿਬ ਦੇ ਵਿੱਚ, ਹਾਂਜੀ, ਇਹ ਪਾਪ ਚਾੜ ਕੇ ਆਉਂਦੇ, ਅਸੀਂ ਪਾਪ ਲਾ ਕੇ ਤੇ ਦੂਜਿਆਂ ਦੇ ਸਿਰ ਚੜ ਕੇ ਆਉਂਦੇ। ਸੱਚਾਈ ਇਹ ਆ। ਤੁਹਾਨੂੰ ਬਹੁਤ ਜਿਹੜਾ
ਜਿਹੜਾ ਉਸਨੇ ਆਪਦੇ ਤੋਂ ਬਾਅਦ ਦੇਖੋ ਉਹਦੀ ਕਿੱਡੀ ਰੀਤ ਬਣਾਈ ਹੋਈ ਬਾਬੇ ਦੀ। ਹੁਣ ਉਹ ਜਿਹੜਾ ਉਹਨੇ ਆਪਦੇ ਤੋਂ ਬਾਅਦ ਜਥੇਦਾਰ ਲਿਖਿਆ, ਉਹਦੀ ਗੁਰਦੁਆਰਾ ਸਾਹਿਬ ਤਸਵੀਰ ਪਾਈ ਸਰੋਪਾ ਪਾਉਂਦੇ ਵੀ ਮੇਰੇ ਤੋਂ ਬਾਅਦ ਜਥੇਦਾਰ ਇਹ ਆ। ਉਹ ਜਥੇਦਾਰ ਵਿਆਹ ਦੇ ਵਿੱਚ ਕਿਸੇ ਦੇ ਸਟੇਜ ਤੇ ਚੜ੍ਹ ਕੇ ਉੱਚੀ ਲਲਕਾਰੇ ਮਾਰਦੇ ਵੀ ਵੀਡੀਓ ਮੇਰੇ ਕੋਲੇ ਹੋਈ। ਹਾਏ ਹਾਏ ਲਾ ਜੀ, ਜਿਹੜਾ ਉਹ ਲਲਕਾਰੇ ਮਾਰਦਿਆਂ ਦੀ ਵੀਡੀਓ ਮੇਰੇ ਕੋਲੇ ਆ ਜੀ, ਤੇ ਉਹ ਜਥੇਦਾਰ ਬਣਾਇਆ ਹੋਇਆ ਜੀ। ਚਲੋ ਉਹ ਵੀ ਸਾਂਭ ਕੇ ਰੱਖੋ, ਫਿਰ ਦਿਖਾਵਾਂਗੇ। ਰਾਣਾ ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਸਤਿ ਸ਼੍ਰੀ ਅਕਾਲ। ਅਸੀਂ ਸਰਦਾਰ ਗੁਰਨਾਮ ਸਿੰਘ ਜੀ ਕੀਦਾ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ। ਸਰਦਾਰ ਰਣਜੀਤ ਸਿੰਘ ਜੀ ਰਾਣਾ। ਲਓ ਹਿੰਦੀ ਸਮਾਚਾਰ ਤੁਹਾਡੇ ਲਈ ਪੇਸ਼ ਕਰਨ ਲੱਗਿਆ, ਪਰੰਤੂ ਉਸ ਤੋਂ ਪਹਿਲਾਂ ਦੱਸ ਦਈਏ ਕਿ ਤੁਹਾਡੇ ਸ਼ਹਿਰ ਪੁਸ਼ਲਿਨ ਦੇ ਵਿੱਚ ਜ਼ਬਰਦਸਤ ਤੁਹਾਡੇ ਵਾਸਤੇ ਅਪਰਚੂਨਿਟੀ ਲੈ ਕੇ ਆਏ ਨੇ ਰੀਮੈਕਸ ਗੋਲਡ ਰਿਆਲਟੀ ਦੇ ਅਰਸ਼ ਚਾਵਲਾ। ਲੋਕੇਸ਼ਨ ਕਹੀ ਜਾਂਦੀ ਹੈ ਰੀਅਲ estate ਦੇ ਵਿੱਚ, ਭਾਵੇਂ ਕਿ ਐਕਸਕਲੂਸਿਵ ਪ੍ਰੋਜੈਕਟ ਹੈ ਅਰਸ਼ ਉਹਨਾਂ ਦੇ ਕੋਲ। ਡਬਲ ਸਟੋਰੀ 21 ਫੁੱਟ ਹਾਈਟ ਦੇ ਉੱਤੇ, ਥੱਲੇ ਸਟੋਰ, ਉੱਤੇ ਆਫਿਸ, ਔਰ ਇਹ ਬਹੁਤ ਜ਼ਬਰਦਸਤ ਸੋਹਣੀ ਲੋਕੇਸ਼ਨ ਹੈ। ਬੈਂਕਟ ਹਾਲ ਖੋਲ੍ਹਣਾ ਚਾਹੁੰਦੇ ਹੋ, ਗਰੋਸਰੀ ਸਟੋਰ ਵੱਡਾ ਖੋਲ੍ਹਣਾ ਚਾਹੁੰਦੇ ਹੋ, ਉੱਥੇ ਤੁਸੀਂ ਜ਼ਬਰਦਸਤ ਕੋਈ ਰੈਸਟੋਰੈਂਟ ਖੋਲ੍ਹਣਾ ਚਾਹੁੰਦੇ ਹੋ, ਉੱਥੇ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਆਰੰਭ ਕਰਨਾ ਚਾਹੁੰਦੇ ਹੋ, ਜਾਂ ਕਮਰਸ਼ੀਅਲ ਪ੍ਰਾਪਰਟੀ ਲੈ ਕੇ ਇਨਵੈਸਟਮੈਂਟ ਕਰਕੇ ਕਿਰਾਏ ਤੇ ਚਾੜਨਾ ਚਾਹੁੰਦੇ ਹੋ, ਇੰਡਸਟਰੀਅਲ ਅਤੇ ਕਮਰਸ਼ੀਅਲ ਯੂਨਿਟ, ਅੱਜ ਇਹ ਸੌਦਾ ਲਿਆ ਹੋਇਆ ਤੁਹਾਡੇ ਵਾਸਤੇ ਕਾਰਗਰ ਸਾਬਤ ਹੋਵੇਗਾ ਹੀ ਹੋਵੇਗਾ, ਕਿਉਂਕਿ ਰੀਅਲ estate ਦੇ ਵਿੱਚ ਕਦੀ ਕਿਸੇ ਨੇ ਘਾਟਾ ਨਹੀਂ ਖਾਦਾ। ਹਾਂ, ਕੋਈ ਜੱਗੋਂ 13ਵੀਂ ਹੋ ਜਾਵੇ ਤਾਂ ਗੱਲ ਵੱਖਰੀ ਹੈ। ਪ੍ਰੋਗਰਾਮ ਦੇ ਵਿੱਚ ਨੰਬਰ ਦੇ ਦਿਆਂ ਅਰਸ਼ ਦਾ 416 303 15 15, 416 303 15 15। ਔਰ ਦੂਸਰੇ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਵੱਲੋਂ ਸੂਚਨਾ ਹੈ ਕਿ ਰਾਇਲ ਕਿੰਗ USA ਕਬੱਡੀ ਕਲੱਬ ਦੇ ਸਰਬਜੀਤ ਸ਼ੱਬਾ ਤੇ ਵੀਰ ਸੁੱਖਾ ਮਾਨ ਕਹਿੰਦੇ ਨੇ ਕਿ 16 ਜੁਲਾਈ ਦਿਨ ਐਤਵਾਰ ਨੂੰ ਬਰੈਂਪਟਨ ਦੇ CAA ਸੈਂਟਰ ਦੇ ਵਿੱਚ 14 ਪੁਰਾਣੇ, 3 ਲਹਿੰਦੇ ਪੰਜਾਬ ਤੋਂ ਤੇ 1 ਚੜ੍ਹਦੇ ਪੰਜਾਬ ਤੋਂ ਹੀਰਾ ਕਬੱਡੀ ਦਾ ਖਿਡਾਰੀ ਪਹੁੰਚ ਰਿਹਾ ਹੈ। ਕੁੰਡੀਆਂ ਦੇ ਸਿੰਘ ਫਸਣੇ ਨੇ ਤੇ ਕੋਈ ਨਿਤਰੂਗੀ ਵੜੇਵੇਂ ਖਾਣੀ। ਟੂਰਨਾਮੈਂਟ ਬਿਲਕੁਲ ਫ੍ਰੀ ਹੈ। ਕਿੱਥੇ? ਬਰੈਂਪਟਨ ਦੇ CAA ਸੈਂਟਰ ਦੇ ਵਿੱਚ। ਆਓ ਸੁਣਦੇ ਹਾਂ ਹਿੰਦੀ ਸਮਾਚਾਰ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। सीजिमा 1320 AM फ्रीक्वेंसी रेडियो प्रोग्राम रंगला पंजाब के गुड मॉर्निंग न्यूज़ बुलेटिन में अंजू की तरफ से गुड मॉर्निंग। और सबसे पहले इस वक्त का तापमान राइट नाउ 21 डिग्री सेंटीग्रेड, मोस्टली सनी रहेगा, हाईएस्ट 27, लोएस्ट 20। कल का तापमान थंडरस्टॉर्म्स, हाईएस्ट 27, लोएस्ट 19। संडे क्लाउडी डे, हाईएस्ट 27 एंड लोएस्ट 19 डिग्रीज। खबरों की सुर्खियां आप सबकी खिदमत में। सीवियर वेदर कंडीशंस रही। सेपरेट टर्नेडोज टच डाउन के ऑटवा में, सबर्ब में, नियर मॉन्ट्रियल। मेजर स्टॉर्म उस रीजन को हिट किया जहां पे काफ़ी क्षति हुई है और इस वक्त वहां पर सफाई और क्लीन अप चल रहा है। विनिपेग में ब्लॉकेड है। विनिपेग सिटी हॉल ने हुक्मनामा की सीख किया है अगेंस्ट लैंडफिल ब्लॉकेड, क्योंकि ऑटवा और मैनिटोबा में इस वक्त झड़प चल रही है। और एग्रीगेट प्राइस घरों की 809,000 टू द मार्केट करेक्शन। नई रिपोर्ट देख रही है ट्रेंड्स इन कनाडा। बैंक ऑफ कनाडा के इंटरेस्ट रेट की बढ़ोतरी को देखते हुए कैनेडियन कैंसर सोसाइटी एंड हेल्थ कनाडा ने रिव्यू करेंगे वर्ल्ड हेल्थ ऑर्गेनाइजेशन की क्लासिफिकेशन एज पर टीम स्वीटनर पॉसिबली कार्सिनोजेनिक, यानी कि कैंसर क्रिएटिंग तत्व है। इसके साथ ही साथ अन्य खबरों में कल भी जैसे मैंने कवर किया कि एक ऑशवा की रेजिडेंट जिसने एक बहुत ही नामी गरामी प्रॉपर्टी मैनेजमेंट कंपनी के थ्रू लीज साइन किया, अपने ट्रक में अपना सारा सामान वगैरह मूव करने के लिए उठा के जब वो उस घर के पास आई जो कि उसने लीज किया था, वहाँ पर कोई और ही व्यक्ति रह रहा था। प्रॉपर्टी मैनेजमेंट कंपनी का कहना है उसके लिए कि उनको नहीं पता था कि सेलर ने उनकी जानकारी के बगैर उस यूनिट को बेच दिया था। इसके साथ साथ वार्निंग साइंस थे। नेबर्स ने काफ़ी ज़्यादा कंसर्न दिखाई थी सेफ्टी को लेकर, क्राइम को लेकर। फेटल शूटिंग लेजरल एरिया में जहाँ पे हुई, जहाँ पे 2 बच्चों की, एक माँ की, 2-3 लोग आपस में झगड़ रहे थे, लेकिन मौत उसकी हो गई गोली लगने की वजह से। और इसके साथ साथ अन्य खबरों में CREA, जी हाँ, कनाडा रेवेन्यू एजेंसी इस बात के लिए कर रही है कि डाउनग्रेड करने जा रही है सेल्स की फोरकास्ट, क्योंकि इंटरेस्ट रेट वे कर रहे हैं ऑन दी बायर्स। ये था खबरों का खास बुलेटिन। आप सबकी खिदमत में जुड़े हुए, आप सुन रहे हैं, आप देख रहे हैं, आप रेडियो प्रोग्राम रंगला पंजाब में हूँ आपकी होस्ट एंड दोस्त अंजू सिकान। हैव अ वेरी वेरी हैप्पी वीकेंड अहेड। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। फर्नीचर वधिया लैना फर्नीचर डिपू तो, जे सब तो वखरा लैना फर्नीचर डिपू तो।
ਫਰਨੀਚਰ ਡੀਪੂ ਆਓ, ਸਸਤਾ ਸੁੰਦਰ ਅਤੇ ਟਿਕਾਊ ਫਰਨੀਚਰ ਨਾਲ ਆਪਣੇ ਸੁਪਨਿਆਂ ਦੇ ਘਰ ਨੂੰ ਸਜਾਓ। 2 ਲੋਕੇਸ਼ਨਸ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। 170 ਬੋਵੇਡ ਡਰਾਈਵ ਵੈਸਟ ਬ੍ਰੈਂਟਨ, 2575 ਡੰਡਸ ਸਟਰੀਟ ਵੈਸਟ ਮਿਸੀਸਾਗਾ। ਕਾਲ ਕਰੋ 905 453 0700 905 453 0700। ਫਰਨੀਚਰ ਡੀਪੂ। Hi, my name is Dr. Sandhu. Welcome to my dental practice. They have the latest technology, which is safer, faster, and more comfortable. ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।